ਜੰਗਲਾਂ, ਮੈਦਾਨਾਂ ਅਤੇ ਪਰਬਤਾਂ ਦੇ ਵਿੱਚ ਗੜਕਵੀਂ ਆਵਾਜ਼ ਦੇ ਨਾਲ ਬਿਜਲੀਆਂ ਚਮਕ ਰਹੀਆਂ ਸਨ ਅਤੇ ਕਈ ਦਿਨਾਂ ਤੱਕ ਭਾਰੀ ਬਾਰਿਸ਼ਾਂ ਹੋ ਰਹੀਆਂ ਸਨ, ਮੀਂਹ ਪੈ ਰਹੇ ਸਨ ਅਤੇ ਜੋ ਨਦੀਆਂ ਸਨ ਉਹ ਆਪਣੇ ਕੰਢਿਆਂ ਤੋਂ ਦੀ ਉਛਲ ਕੇ ਬਹਿ ਰਹੀਆਂ ਸਨ ਅਤੇ ਇਸ ਬਰਸਾਤ ਨੇ ਰਾਹ ਜਾਂਦੇ ਮੁਸਾਫਰਾਂ ਦਾ ਆਉਣਾ ਜਾਣਾ ਰੋਕ ਦਿੱਤਾ ਸੀ, ਕਿਉਂਕਿ ਸਾਰੇ ਆਣੇ ਜਾਣੇ ਵਾਲੇ ਰਾਹ ਪਾਣੀ ਦੇ ਨਾਲ ਭਰੇ ਪਏ ਸਨ ਅਤੇ ਉਹਨਾਂ ਰਾਹਾਂ ਤੋਂ ਲੰਘਣਾ ਬਹੁਤ ਮੁਸ਼ਕਿਲ ਸੀ। ਇਸੇ ਬਰਸਾਤ ਦੇ ਮੌਸਮ ਦੇ ਦੌਰਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਵਾਬ ਸੈਫੁਦੀਨ ਜੀ ਦੇ ਕਿਲ੍ਹੇ ਵਿੱਚ ਸੰਗਤਾਂ ਨੂੰ ਹਰ ਰੋਜ਼ ਦਰਸ਼ਨ ਦਿੰਦੇ ਸਨ, ਆਪਣੇ ਪ੍ਰਵਚਨ ਸੁਣਾਉਂਦੇ ਸਨ ਅਤੇ ਉਹਨਾਂ ਨੂੰ ਆਸ਼ੀਰਵਾਦ ਦਿੰਦੇ ਸਨ ਅਤੇ ਨਵਾਬ ਸੈਫੁਦੀਨ ਜੀ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਅਤੇ ਉਹਨਾਂ ਦੇ ਸਿੱਖਾਂ ਦੀ ਸੇਵਾ ਕਰਕੇ ਬਹੁਤ ਖੁਸ਼ ਹੋ ਰਹੇ ਸਨ। ਜਿਸ ਦਿਨ ਮੀਂਹ ਨਾ ਪੈਂਦਾ ਉਸ ਦਿਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੇ ਸਿੱਖਾਂ ਦੇ ਨਾਲ ਅਤੇ ਨਵਾਬ ਸੈਫੁਦੀਨ ਜੀ ਦੇ ਨਾਲ ਉਹਨਾਂ ਦੇ ਬਾਗਾਂ ਦੀ ਸੈਰ ਕਰਨ ਜਾਂਦੇ ਅਤੇ ਉਸ ਸੱਚੇ ਕਰਤਾਰ ਦੀ ਕੁਦਰਤ ਦਾ ਆਨੰਦ ਮਾਣਦੇ। ਇਸ ਤਰ੍ਹਾਂ ਸੈਫੁਦੀਨ ਜੀ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਬਹੁਤ ਗੂੜਾ ਪਿਆਰ ਪੈ ਗਿਆ ਅਤੇ ਉਹ ਇਹ ਚਾਹੁੰਦੇ ਸਨ ਕਿ ਗੁਰੂ ਸਾਹਿਬ ਹਮੇਸ਼ਾ ਉਹਨਾਂ ਦੇ ਕੋਲ ਹੀ ਰਹਿਣ, ਪਰ ਇਹ ਸਮਾਂ ਕਦੇ ਵੀ ਇੱਕ ਜਗ੍ਹਾ ਖੜ੍ਹਦਾ ਨਹੀਂ। ਇਸ ਕਰਕੇ ਦੇਖਦਿਆਂ ਬਰਸਾਤ ਦਾ ਮੌਸਮ ਖਤਮ ਹੋ ਗਿਆ। ਦੂਸਰੇ ਪਾਸੇ ਇੱਕ ਦਿਨ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਚੱਲੀ ਅਤੇ ਔਰੰਗਜ਼ੇਬ ਦੇ ਵਜ਼ੀਰਾਂ ਨੇ ਔਰੰਗਜ਼ੇਬ ਨੂੰ ਇਹ ਕਿਹਾ ਕਿ ਹਿੰਦ ਦੇ ਪੀਰ ਨੇ ਹਜੇ ਤੱਕ ਤੁਹਾਡੇ ਦਰਬਾਰ ਦੇ ਵਿੱਚ ਆਪਣੇ ਆਪ ਨੂੰ ਹਾਜ਼ਰ ਨਹੀਂ ਕੀਤਾ। ਔਰੰਗਜ਼ੇਬ ਨੇ ਆਪਣੀ ਫੌਜ ਦੇ 2 ਵੱਡੇ ਅਫਸਰਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਤੁਸੀਂ ਅਨੰਦਪੁਰ ਸਾਹਿਬ ਜਾਓ ਅਤੇ ਹਰ ਹਾਲਤ ਦੇ ਵਿੱਚ ਹਿੰਦ ਦੇ ਪੀਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਡੇ ਕੋਲ ਲੈ ਕੇ ਆਓ। ਪਿਆਰ ਨਾਲ ਆ ਜਾਣ ਤਾਂ ਠੀਕ, ਨਹੀਂ ਤਾਂ ਗ੍ਰਿਫਤਾਰ ਕਰਕੇ ਲੈ ਕੇ ਆਓ। ਅਤੇ ਉਹ ਦੋਵੇਂ ਮੁਗਲ ਫੌਜ ਦੇ ਵੱਡੇ ਅਫਸਰ ਆਪਣੀ ਫੌਜ ਦੇ ਨਾਲ ਦਿੱਲੀ ਤੋਂ ਅਨੰਦਪੁਰ ਸਾਹਿਬ ਨੂੰ ਤੁਰ ਪਏ ਅਤੇ ਰਸਤੇ ਦੇ ਵਿੱਚ ਜੰਗਲਾਂ, ਨਦੀਆਂ ਅਤੇ ਪਿੰਡਾਂ ਸ਼ਹਿਰਾਂ ਤੋਂ ਦੀ ਹੁੰਦੇ ਹੋਏ ਅਨੰਦਪੁਰ ਸਾਹਿਬ ਪਹੁੰਚ ਗਏ। ਅਨੰਦਪੁਰ ਸਾਹਿਬ ਪਹੁੰਚ ਕੇ ਫੌਜ ਦੇ ਦੋਹਾਂ ਅਫਸਰਾਂ ਨੇ ਗੁਰੂ ਸਾਹਿਬ ਦੇ ਸਿੱਖਾਂ ਤੋਂ ਇਹ ਪੁੱਛਿਆ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣਾ ਚਾਹੁੰਦੇ ਹਨ ਅਤੇ ਸਿੱਖਾਂ ਨੇ ਇਹ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਬਰਸਾਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਿੱਲੀ ਵੱਲੋਂ ਚਲੇ ਗਏ ਹਨ ਅਤੇ ਮੁਗਲ ਫੌਜ ਦੇ ਦੋਹਾਂ ਅਫਸਰਾਂ ਨੇ ਇਹ ਦੇਖਿਆ ਕਿ ਗੁਰੂ ਸਾਹਿਬ ਅਨੰਦਪੁਰ ਸਾਹਿਬ ਵਿੱਚ ਕਿਧਰੇ ਵੀ ਨਜ਼ਰ ਨਹੀਂ ਆ ਰਹੇ ਅਤੇ ਉਹਨਾਂ ਨੇ ਮਨ ਵਿੱਚ ਸੋਚਿਆ ਕਿ ਸ਼ਾਇਦ ਗੁਰੂ ਤੇਗ ਬਹਾਦਰ ਜੀ ਡਰਦੇ ਹੋਏ ਕਿਤੇ ਲੁਕ ਗਏ ਹਨ। ਇਸ ਵਾਸਤੇ ਸਭ ਤੋਂ ਪਹਿਲਾਂ ਉਹ ਦੁਆਬੇ ਦੇ ਇਲਾਕੇ ਵਿੱਚ ਗੁਰੂ ਸਾਹਿਬ ਨੂੰ ਟੋਲਣ ਲੱਗੇ। ਉਹਨਾਂ ਨੇ
ਹੁਸ਼ਿਆਰਪੁਰ ਦਾ ਸਾਰਾ ਇਲਾਕਾ ਦੇਖਿਆ ਅਤੇ ਪੁੱਛ ਪੜਤਾਲ ਕੀਤੀ। ਫਿਰ ਜਲੰਧਰ ਦਾ ਸਾਰਾ ਇਲਾਕਾ ਦੇਖਿਆ ਤੇ ਉੱਥੇ ਪੁੱਛ ਪੜਤਾਲ ਕੀਤੀ। ਫਿਰ ਕਰਤਾਰਪੁਰ ਸਾਹਿਬ ਦਾ ਸਾਰਾ ਇਲਾਕਾ ਦੇਖਿਆ ਤੇ ਉੱਥੇ ਪੁੱਛ ਪੜਤਾਲ ਕੀਤੀ ਅਤੇ ਫਿਰ ਉਹ ਮਾਝੇ ਦੇ ਇਲਾਕੇ ਵਿੱਚ ਚਲੇ ਗਏ ਤੇ ਉਹਨਾਂ ਨੇ ਗੋਬਿੰਦਵਾਲ ਸਾਹਿਬ ਵਿਖੇ ਜਾ ਕੇ ਸਾਰੀ ਪੁੱਛ ਪੜਤਾਲ ਕੀਤੀ ਅਤੇ ਉਸ ਤੋਂ ਬਾਅਦ ਖਡੂਰ ਸਾਹਿਬ ਵਿਖੇ ਜਾ ਕੇ ਸਾਰੀ ਪੁੱਛ ਪੜਤਾਲ ਕੀਤੀ ਅਤੇ ਸਭ ਤੋਂ ਬਾਅਦ ਉਹ ਹਰਿਮੰਦਰ ਸਾਹਿਬ ਚਲੇ ਗਏ ਅਤੇ ਉੱਥੇ ਜਾ ਕੇ ਮਸੰਦਾਂ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਨੂੰ ਲੁਕੋਇਆ ਹੈ ਤੇ ਤੁਸੀਂ ਆਪਣੇ ਆਪ ਦੱਸ ਦਿਓ ਕਿ ਗੁਰੂ ਤੇਗ ਬਹਾਦਰ ਸਾਹਿਬ ਕਿੱਥੇ ਹਨ, ਨਹੀਂ ਤਾਂ ਮੁਗਲ ਬਾਦਸ਼ਾਹ ਔਰੰਗਜ਼ੇਬ ਤੁਹਾਨੂੰ ਬਹੁਤ ਸਖਤ ਸਜ਼ਾਵਾਂ ਦੇਵੇਗਾ, ਤੁਹਾਨੂੰ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਪਰ ਅੰਮ੍ਰਿਤਸਰ ਦੇ ਮਸੰਦਾਂ ਨੇ ਕਿਹਾ ਕਿ ਅਸੀਂ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਇੱਥੇ ਹਰਿਮੰਦਰ ਸਾਹਿਬ ਦਰਸ਼ਨ ਕਰਨ ਉੱਤੇ ਅਸੀਂ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਵੀ ਨਹੀਂ ਖੋਲ੍ਹੇ ਸਨ, ਸਾਡਾ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ, ਤੁਸੀਂ ਸਾਡੇ ਘਰ ਦੇਖ ਸਕਦੇ ਹੋ। ਤੇ ਮੁਗਲ ਅਫਸਰਾਂ ਨੂੰ ਇਹ ਯਕੀਨ ਹੋ ਗਿਆ ਕਿ ਇਹ ਸੱਚ ਕਹਿ ਰਹੇ ਹਨ। ਮੁਗਲ ਫੌਜ ਦੇ ਦੋਹਾਂ ਅਫਸਰਾਂ ਨੇ ਔਰੰਗਜ਼ੇਬ ਨੂੰ ਦਿੱਲੀ ਸੁਨੇਹਾ ਭੇਜਿਆ ਕਿ ਹਿੰਦ ਦੇ ਪੀਰ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਵਿਖੇ ਨਹੀਂ ਹਨ, ਕਿਉਂਕਿ ਉਹ ਬਰਸਾਤ ਦੇ ਮੌਸਮ ਤੋਂ ਪਹਿਲਾਂ ਹੀ ਅਨੰਦਪੁਰ ਸਾਹਿਬ ਨੂੰ ਛੱਡ ਗਏ ਸਨ ਅਤੇ ਇਸ ਤੋਂ ਬਾਅਦ ਅਸੀਂ ਦੁਆਬੇ ਦੇ ਸਾਰੇ ਇਲਾਕਿਆਂ ਵਿੱਚ ਦੇਖਿਆ, ਜਲੰਧਰ ਤੇ ਹੁਸ਼ਿਆਰਪੁਰ ਵਰਗੇ ਸ਼ਹਿਰਾਂ 'ਚ ਦੇਖਿਆ, ਕਰਤਾਰਪੁਰ ਵਿੱਚ ਦੇਖਿਆ, ਪਰ ਉਹ ਸਾਨੂੰ ਕਿਤੇ ਨਹੀਂ ਮਿਲੇ। ਉਸ ਤੋਂ ਬਾਅਦ ਅਸੀਂ ਮਾਝੇ ਵਿੱਚ ਗੋਬਿੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਆਖਰ ਦੇ ਵਿੱਚ ਹਰਿਮੰਦਰ ਸਾਹਿਬ ਗਏ ਅਤੇ ਉੱਥੇ ਦੇ ਮਸੰਦਾਂ ਤੋਂ ਵੀ ਪੁੱਛਤਾਛ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਹਿੰਦ ਦੇ ਪੀਰ ਨੂੰ ਆਪਣਾ ਪੀਰ ਨਹੀਂ ਮੰਨਦੇ ਅਤੇ ਅਸੀਂ ਉਹਨਾਂ ਨੂੰ ਧਮਕੀਆਂ ਵੀ ਦੇ ਕੇ ਦੇਖੀਆਂ, ਪਰ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਉਹ ਹਿੰਦ ਦੇ ਪੀਰ ਦੇ ਹਮਾਇਤੀ ਨਹੀਂ ਹਨ। ਜਦ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਗੁਰੂ ਸਾਹਿਬ ਉਸ ਦੇ ਅਫਸਰਾਂ ਨੂੰ ਨਹੀਂ ਮਿਲੇ, ਤਾਂ ਉਸ ਦੇ ਦਰਬਾਰੀਆਂ ਨੇ ਔਰੰਗਜ਼ੇਬ ਨੂੰ ਇਹ ਸਲਾਹ ਦਿੱਤੀ ਕਿ ਬਾਦਸ਼ਾਹ ਸਲਾਮਤ ਹਿੰਦ ਦਾ ਪੀਰ ਕਿਉਂ ਜਪਦਾ ਹੈ ਕਿ ਮੌਤ ਦੇ ਡਰ ਤੋਂ ਕਿਤੇ ਲੁਕ ਛਿਪ ਗਿਆ ਹੈ। ਇਹ ਸੁਣ ਕੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਕਿਹਾ ਕਿ ਮੂਰਖੋ, ਉਹ ਹਿੰਦ ਦਾ ਪੀਰ ਤੇਗ ਬਹਾਦਰ ਹੈ ਜੋ ਕਿਸੇ ਤੋਂ ਵੀ ਨਹੀਂ ਡਰਦਾ, ਕਿਉਂਕਿ ਉਹ ਇੱਕ ਮਹਾਬਲੀ ਸੂਰਮੇ ਪਿਤਾ ਦਾ ਪੁੱਤਰ ਹੈ। ਉਹ ਮਹਾਬਲੀ ਸੂਰਮਾ ਜਿਸ ਨੂੰ ਦਲ ਪੰਜਨ ਗੁਰ ਸੂਰਮਾ ਵੱਡ ਜੋਧਾ ਪਰਉਪਕਾਰੀ ਕਹਿੰਦੇ ਹਨ, ਜਿਸ ਦਾ ਨਾਂ ਗੁਰੂ ਹਰਗੋਬਿੰਦ ਹੈ, ਜਿਸ ਨੇ 19 ਸਾਲ ਦੀ ਉਮਰ ਵਿੱਚ ਉਸ ਖੂੰਖਾਰ ਸ਼ੇਰ ਨੂੰ ਮਾਰਿਆ ਸੀ, ਜਿਸ ਨੂੰ ਮੁਗਲਿਆ ਫੌਜ ਦੇ ਵੱਡੇ ਸੂਰਮੇ ਦੇਖ ਕੇ ਡਰ ਗਏ ਸਨ ਤੇ ਮੇਰੇ ਦਾਦਾ ਜਹਾਂਗੀਰ ਨੇ ਲਲਕਾਰਿਆ ਸੀ ਸਾਰੇ ਮੁਗਲ ਸੂਰਮਿਆਂ ਨੂੰ, ਪਰ ਸਾਰੇ ਪਿੱਛੇ ਮੁੜ ਗਏ ਸਨ। ਤੇ ਉਸ ਵਕਤ ਹਿੰਦ ਦੇ ਪੀਰ ਦੇ ਪਿਤਾ ਹਰਗੋਬਿੰਦ ਨੇ 19 ਸਾਲ ਦੀ ਉਮਰ ਵਿੱਚ ਉਸ ਖੂੰਖਾਰ ਸ਼ੇਰ ਨੂੰ ਆਪਣੇ ਟੋਲਿਆਂ ਦੇ ਜ਼ੋਰ ਦੇ ਨਾਲ ਪੂਰੀ ਤਰ੍ਹਾਂ ਜ਼ਖਮੀ ਕਰਕੇ ਮਾਰਿਆ ਸੀ।
ਗੁਰੂ ਹਰਗੋਬਿੰਦ ਨੇ ਅੰਮ੍ਰਿਤਸਰ ਦੇ ਵਿੱਚ ਦਿੱਲੀ ਦੇ ਤਖਤ ਤੋਂ ਵੀ ਉੱਚਾ 12 ਫੁੱਟ ਦਾ ਆਪਣਾ ਹੀ ਤਖਤ ਬਣਾਇਆ ਹੋਇਆ ਸੀ ਤੇ ਜੋ ਬਾਦਸ਼ਾਹ ਬਣ ਕੇ ਆਪਣੀਆਂ ਫੌਜਾਂ ਰੱਖ ਕੇ ਆਪ ਹੀ ਆਪਣੇ ਲੋਕਾਂ ਨੂੰ ਇਨਸਾਫ ਦਿੰਦਾ ਸੀ ਤੇ ਜਿਸ ਨੇ ਮੇਰੇ ਪਿਤਾ ਸ਼ਾਹਜਹਾਂ ਦੇ ਨਾਲ 4 ਵੱਡੀਆਂ ਜੰਗਾਂ ਲੜੀਆਂ ਸਨ ਅਤੇ ਉਹਨਾਂ ਜੰਗਾਂ ਦੇ ਵਿੱਚ ਗੁਰੂ ਹਰਗੋਬਿੰਦ ਤੇ ਉਸ ਦੇ ਸਿੱਖਾਂ ਨੇ ਮੁਗਲਿਆ ਫੌਜ ਦੇ ਹਜ਼ਾਰਾਂ ਲੱਖਾਂ ਸੂਰਮਿਆਂ ਨੂੰ ਵੱਢ ਕੇ ਧਰਤ ਦੇ ਉੱਤੇ ਵਿਛਾ ਦਿੱਤਾ ਸੀ ਤੇ ਗੁਰੂ ਹਰਗੋਬਿੰਦ 4 ਜੰਗਾਂ ਜਿੱਤ ਗਿਆ ਸੀ ਕਿਉਂਕਿ ਉਹ ਐਡਾ ਵੱਡਾ ਸੂਰਮਾ ਸੀ। ਤਲਵਾਰ ਦੇ ਇੱਕ ਵਾਰ ਦੇ ਨਾਲ ਵੱਡੇ ਸੂਰਮਿਆਂ ਦੇ 2 ਟੋਟੇ ਕਰ ਦਿੰਦਾ ਸੀ ਤੇ ਪੈਂਦੇ ਖਾਨ ਵਰਗੇ ਵੱਡੇ ਸੂਰਮੇ ਮਹਾਬਲੀ ਜੋ 2 ਬਲਦਾਂ ਨੂੰ ਸਿੰਘਾਂ ਤੋਂ ਫੜ ਕੇ ਧਰਤ ਉੱਤੇ ਪਟਕ ਦਿੰਦਾ ਸੀ। ਉਸ ਪੈਂਦੇ ਖਾਨ ਨੂੰ ਗੁਰੂ ਹਰਗੋਬਿੰਦ ਨੇ ਕਰਤਾਰਪੁਰ ਦੀ ਜੰਗ ਦੇ ਵਿੱਚ ਢਾਲ ਦੇ ਇੱਕੋ ਵਾਰ ਦੇ ਨਾਲ ਧਰਤ ਉੱਤੇ ਵਿਛਾ ਦਿੱਤਾ ਸੀ ਜਿਸ ਦੇ ਮੈਦਾਨੇ ਜੰਗ ਵਿੱਚ ਆਉਣ ਨਾਲ ਧਰਤ ਵੀ ਕੰਬਦੀ ਸੀ ਅਤੇ ਦੁਸ਼ਮਣਾਂ ਦੇ ਦਿਲ ਵੀ ਕੰਬਦੇ ਸੀ ਤੇ ਸਰੀਰ ਵੀ ਕੰਬਦੇ ਸੀ ਅਤੇ ਇਸੇ ਕਰਤਾਰਪੁਰ ਦੇ ਜੰਗ ਦੇ ਵਿੱਚ ਹਿੰਦ ਦੇ ਪੀਰ ਤੇਗ ਬਹਾਦਰ ਨੇ 13.5 ਸਾਲ ਦੀ ਉਮਰ ਦੇ ਵਿੱਚ ਤਲਵਾਰਬਾਜ਼ੀ ਦੇ ਉਹ ਜ਼ੋਰ ਦਿਖਾਏ ਸਨ, ਸੂਰਮਗਤੀ ਦੇ ਉਹ ਜ਼ੋਰ ਦਿਖਾਏ ਸਨ ਕਿ ਉਸ ਦੇ ਪਿਤਾ ਹਰਗੋਬਿੰਦ ਨੇ ਉਸ ਨੂੰ ਤੇਗ ਬਹਾਦਰ ਦਾ ਖਿਤਾਬ ਦਿੱਤਾ ਸੀ। ਤੁਸੀਂ ਕੀ ਸਮਝਦੇ ਹੋ ਕਿ ਉਹ ਤੇਗ ਬਹਾਦਰ ਡਰਦਾ ਕਿਤੇ ਲੁਕ ਜਾਏਗਾ? ਮੈਨੂੰ ਇਸ ਗੱਲ ਦਾ ਖਤਰਾ ਹੈ ਕਿ ਹਿੰਦ ਦਾ ਪੀਰ ਤੇਗ ਬਹਾਦਰ ਕਿਤੇ ਨਾ ਕਿਤੇ ਆਪਣੀਆਂ ਫੌਜਾਂ ਤਿਆਰ ਕਰਕੇ ਮੇਰੇ ਤਖਤ ਦੇ ਉੱਪਰ ਕਾਬਜ ਨਾ ਹੋ ਜਾਵੇ ਤੇ ਮੈਨੂੰ ਮਾਰ ਨਾ ਮੁਕਾਵੇ। ਔਰੰਗਜ਼ੇਬ ਨੇ ਆਪਣੀਆਂ ਫੌਜਾਂ ਦੇ ਸਾਰੇ ਜਰਨੈਲਾਂ ਨੂੰ ਹੁਕਮ ਕੀਤਾ ਕਿ ਜਾਓ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਦ ਦੇ ਪੀਰ ਤੇਗ ਬਹਾਦਰ ਨੂੰ ਜਾ ਕੇ ਲੱਭੋ ਤੇ ਮੁਗਲਿਆ ਫੌਜ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੱਭਣ ਲੱਗੀ। ਮੁਗਲ ਫੌਜਾਂ ਉੱਤਰੀ ਭਾਰਤ ਦੇ ਸਾਰੇ ਇਲਾਕਿਆਂ ਦੇ ਵਿੱਚ ਗੁਰੂ ਸਾਹਿਬ ਨੂੰ ਲੱਭਣ ਲੱਗੀਆਂ। ਜੰਮੂ ਦੇ ਇਲਾਕੇ ਦੇ ਵਿੱਚ ਅਤੇ ਕਸ਼ਮੀਰ ਦੇ ਇਲਾਕੇ ਤੋਂ ਸ਼ੁਰੂ ਹੋ ਕੇ ਸਾਰੇ ਪਾਈ ਧਾਰ ਦੇ ਰਾਜਿਆਂ ਦੇ ਪਹਾੜੀ ਇਲਾਕਿਆਂ ਦੇ ਵਿੱਚ ਗੁਰੂ ਸਾਹਿਬ ਦੀ ਭਾਲ ਹੋਣ ਲੱਗੀ ਤੇ ਉੱਤਰਾਖੰਡ ਤੱਕ ਸਾਰੀਆਂ ਫੌਜਾਂ ਗੁਰੂ ਸਾਹਿਬ ਨੂੰ ਟੋਲਣ ਲੱਗੀਆਂ। ਘਰ ਘਰ ਦੀ ਤਲਾਸ਼ੀ ਹੋਣ ਲੱਗੀ ਤੇ ਬਹੁਤ ਜ਼ਿਆਦਾ ਪੁੱਛਗਿੱਛ ਹੋਣ ਲੱਗੀ ਉੱਥੋਂ ਦੇ ਲੋਕਾਂ ਤੋਂ। ਰੇਗਿਸਤਾਨ ਦੇ ਸਾਰੇ ਇਲਾਕੇ, ਪਹਾੜ ਤੇ ਦਰਿਆ ਤੇ ਉੱਚੇ ਨੀਵੇਂ ਸਾਰੇ ਜੋ ਵੀ ਆਬਾਦੀ ਵਾਲੇ ਜਾਂ ਨਾ ਆਬਾਦੀ ਵਾਲੇ ਇਲਾਕੇ ਉੱਤੇ ਗੁਰੂ ਸਾਹਿਬ ਦੀ ਭਾਲ ਹੋਣ ਲੱਗੀ ਅਤੇ ਮੁਗਲ ਫੌਜਾਂ ਦੇ ਘੋੜਿਆਂ ਦੀਆਂ ਟਾਪਾਂ ਦੇ ਨਾਲ ਜੋ ਧਰਤ ਦੀ ਧੂੜ ਸੀ ਉਹ ਅਸਮਾਨ ਤੱਕ ਚੜ੍ਹ ਗਈ ਤੇ ਗੁਰੂ ਸਾਹਿਬ ਦੀ ਦਿਨ ਰਾਤ ਭਾਲ ਹੋਣ ਲੱਗੀ। ਪਰ ਫਿਰ ਵੀ ਗੁਰੂ ਸਾਹਿਬ ਉਹਨਾਂ ਦੇ ਕਿਤੇ ਵੀ ਨਜ਼ਰੀ ਨਹੀਂ ਪੈ ਰਹੇ ਸਨ। ਮੁਗਲ ਫੌਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਤਾਪ ਤੋਂ ਇੰਨਾ ਡਰ ਗਈਆਂ ਸਨ ਕਿ ਉਹਨਾਂ ਨੇ ਜੰਗਲਾਂ ਦਾ ਪੱਤਾ ਤੇ ਝਾੜੀ ਟੋਲ ਮਾਰਿਆ, ਲੱਭ ਕੇ ਥੱਕ ਗਏ ਤੇ ਨਾ ਉਹਨਾਂ ਨੇ ਦਿਨ ਦੇਖਿਆ, ਨਾ ਰਾਤ ਦੇਖੀ, ਨਾ ਭੁੱਖ ਦੇਖੀ ਤੇ ਨਾ ਪਿਆਸ ਦੇਖੀ। ਉਹਨਾਂ ਨੇ ਛੋਟੇ ਪਿੰਡਾਂ ਦੇ ਵਿੱਚ ਛੋਟੇ ਘਰਾਂ ਨੂੰ ਵੀ ਨਹੀਂ ਛੱਡਿਆ, ਉੱਥੇ ਵੀ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ। ਹਰੇਕ ਪਿੰਡ ਨੂੰ ਆਉਣੇ ਤੇ ਜਾਣੇ ਵਾਲੇ ਰਾਹਾਂ ਨੂੰ ਚੰਗੀ ਤਰ੍ਹਾਂ ਨਾਕਾਬੰਦੀ ਲਾ ਕੇ
ਪੁੱਛਗਿੱਛ ਕਰਦੇ ਸਨ ਤੇ ਦੇਸ਼ ਦੇ ਪਹਾੜੀ ਤੇ ਮੈਦਾਨੀ ਇਲਾਕਿਆਂ ਦੇ ਵੱਡੇ ਤੇ ਛੋਟੇ ਸ਼ਹਿਰਾਂ ਨੂੰ ਚੰਗੀ ਤਰ੍ਹਾਂ ਦੇਖਿਆ, ਲੋਕਾਂ ਤੋਂ ਚੰਗੀ ਤਰ੍ਹਾਂ ਆਪਣੀ ਤਸੱਲੀ ਦੇ ਨਾਲ ਪੁੱਛਗਿੱਛ ਕੀਤੀ, ਪਰ ਉਹਨਾਂ ਦੇ ਹੱਥ ਪੱਲੇ ਕੁਝ ਵੀ ਨਾ ਲੱਗਾ। ਸਿਰਫ ਇੱਕ ਪਰੇਸ਼ਾਨੀ ਉਹਨਾਂ ਨੂੰ ਸਤਾ ਰਹੀ ਸੀ ਕਿ ਹਿੰਦ ਦਾ ਪੀਰ ਗੁਰੂ ਤੇਗ ਬਹਾਦਰ ਕਿੱਥੇ ਹੈ, ਕਿਧਰੇ ਸਾਡੇ ਤੇ ਅਚਾਨਕ ਹਮਲਾ ਨਾ ਕਰ ਦੇਵੇ ਅਤੇ ਸਾਨੂੰ ਮਾਰ ਨਾ ਮੁਕਾਵੇ, ਕਿਉਂਕਿ ਜੇ ਹਿੰਦ ਦਾ ਪੀਰ ਨਾ ਲੱਭਾ ਤਾਂ ਫਿਰ ਸਾਨੂੰ ਮੁਗਲ ਬਾਦਸ਼ਾਹ ਨੇ ਨਹੀਂ ਛੱਡਣਾ, ਤੇ ਜੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੱਥੋਂ ਬਚ ਗਏ ਤੇ ਅਸੀਂ ਹਿੰਦ ਦੇ ਪੀਰ ਦੇ ਸਾਹਮਣੇ ਆ ਗਏ, ਫਿਰ ਹਿੰਦ ਦੇ ਪੀਰ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਮੌਤ ਦੇ ਘਾਟ ਉਤਾਰ ਦੇਣਗੇ ਤੇ ਉਹਨਾਂ ਦੀ ਜਾਨ ਦੋਹੇ ਤਰ੍ਹਾਂ ਬੜੀ ਕੁੜਕੀ ਵਿੱਚ ਫਸੀ ਹੋਈ ਸੀ। ਇੱਧਰ ਜਾਣੀ ਜਾਣ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਪਤਾ ਲੱਗ ਗਿਆ ਕਿ ਮੁਗਲ ਫੌਜਾਂ ਉਹਨਾਂ ਨੂੰ ਹਰ ਥਾਂ ਤੇ ਟੋਲ ਰਹੀਆਂ ਹਨ। ਗੁਰੂ ਜੀ ਨੇ ਸੈਫ ਖਾਨ ਜੀ ਨੂੰ ਕਿਹਾ ਕਿ ਅਸੀਂ ਹੁਣ ਇੱਥੋਂ ਚਲੇ ਜਾਣਾ ਹੈ ਤੇ ਤੁਸੀਂ ਪਰਮਾਤਮਾ ਦਾ ਨਾਮ ਜਪਣਾ ਤੇ ਸਾਡੇ ਸਰੀਰ ਦਾ ਮੋਹ ਨਹੀਂ ਕਰਨਾ। ਜੇ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਤੇ ਤੁਸੀਂ ਪਰਮਾਤਮਾ ਦਾ ਨਾਮ ਜਪਣਾ ਤੇ ਅਸੀਂ ਤੁਹਾਡੇ ਅੰਗ ਸੰਗ ਸਹਾਈ ਹੋਵਾਂਗੇ ਤੇ ਅਸੀਂ ਬਹੁਤ ਜ਼ਰੂਰੀ ਕੰਮ ਜਾਣਾ ਹੈ। ਤੇ ਸੈਫਦੀਨ ਜੀ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੈਫਦੀਨ ਜੀ ਨੂੰ ਅਸ਼ੀਰਵਾਦ ਦਿੱਤਾ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਸਾਰੀਆਂ ਸਾਧ ਸੰਗਤਾਂ ਨੂੰ ਕਿਹਾ ਕਿ ਹੁਣ ਸਾਡੇ ਨਾਲ ਰਹਿਣਾ ਠੀਕ ਨਹੀਂ, ਤੁਸੀਂ ਹੁਣ ਆਪਣੇ ਆਪਣੇ ਘਰਾਂ ਨੂੰ ਚਲੇ ਜਾਓ ਅਤੇ ਪਰਮਾਤਮਾ ਦਾ ਨਾਮ ਜਪੋ ਤੇ ਜੋ ਗੁਰੂ ਸਾਹਿਬ ਦੀ ਗੁਰਬਾਣੀ ਹੈ ਉਹ ਪ੍ਰਕਾਸ਼ ਰੂਪ ਹੈ। ਸਾਡੇ ਗੁਰਬਾਣੀ ਦੇ ਵਿੱਚ ਹੀ ਦਰਸ਼ਨ ਕਰਨਾ, ਜਦੋਂ ਤੁਸੀਂ ਗੁਰਬਾਣੀ ਦਾ ਪਾਠ ਕਰੋਗੇ ਤਾਂ ਅਸੀਂ ਗੁਰਬਾਣੀ ਦੇ ਵਿੱਚ ਹੀ ਸਹਾਈ ਹੋਵਾਂਗੇ। ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤਾ ਤੇ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਆਪਣੇ ਪੰਜਾਂ ਸਿੱਖਾਂ ਬਾਬਾ ਮਤੀ ਦਾਸ ਜੀ, ਬਾਬਾ ਸਤੀ ਦਾਸ ਜੀ, ਬਾਬਾ ਦਿਆਲਾ ਜੀ, ਬਾਬਾ ਗੁਰਦਿੱਤਾ ਜੀ ਅਤੇ ਬਾਬਾ ਉਦਾ ਜੀ ਦੇ ਨਾਲ ਸੈਫਾਬਾਦ ਤੋਂ ਚੱਲ ਪਏ ਅਤੇ ਚਲਦਿਆਂ ਪਿੰਡ ਲਹਿਲ ਵਿਖੇ ਪਹੁੰਚ ਗਏ, ਜਿੱਥੇ ਕਿ ਭਾਈ ਭਾਗ ਰਾਮ ਜੀ ਨੇ ਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ ਅਤੇ ਗੁਰੂ ਸਾਹਿਬ ਜੀ ਨੂੰ ਪ੍ਰਣਾਮ ਕੀਤਾ। ਪਿੰਡ ਲਹਿਲ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਕ ਵੱਡੇ ਦਰੱਖਤ ਦੇ ਥੱਲੇ ਬਿਰਾਜਮਾਨ ਹੋਏ ਅਤੇ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਆ ਕੇ ਮੱਥਾ ਟੇਕਿਆ ਅਤੇ ਭਾਗ ਰਾਮ ਜੀ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਇੱਥੇ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀਆਂ ਹਨ ਤੇ ਨਾਲੇ ਔਰਤਾਂ ਨੇ ਵੀ ਆ ਕੇ ਬੇਨਤੀ ਕੀਤੀ ਕਿ ਸਾਡੇ ਬੱਚਿਆਂ ਨੂੰ ਸੋਕੇ ਦੀ ਬਿਮਾਰੀ ਹੈ, ਉਹ ਬਚਪਨ ਵਿੱਚ ਹੀ ਮਰ ਜਾਂਦੇ ਹਨ। ਤੇ ਕੋਲ ਹੀ ਇੱਕ ਛੱਪੜੀ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਜੋ ਵੀ ਇਸ ਛੱਪੜੀ ਵਿੱਚ ਇਸ਼ਨਾਨ ਕਰੇਗਾ ਉਹ ਤੰਦਰੁਸਤ ਹੋ ਜਾਵੇਗਾ। ਤਾਂ ਗੁਰੂ ਸਾਹਿਬ ਦੇ ਸਿੱਖਾਂ ਨੇ ਉਸ ਛੱਪੜੀ ਵਿੱਚ ਇਸ਼ਨਾਨ ਕੀਤਾ ਤੇ ਉਹ ਠੀਕ ਹੋ ਗਏ ਤੇ ਔਰਤਾਂ ਨੇ ਅਤੇ ਉਹਨਾਂ ਦੇ ਬੱਚਿਆਂ ਨੇ ਵੀ ਛੱਪੜੀ ਵਿੱਚ ਇਸ਼ਨਾਨ ਕੀਤਾ ਤੇ ਉਹ ਵੀ ਠੀਕ ਹੋ ਗਏ। ਤੇ ਗੁਰੂ ਸਾਹਿਬ ਨੇ ਬਚਨ ਕੀਤਾ ਕਿ
ਤੁਸੀਂ ਗੁਰਬਾਣੀ ਦਾ ਜਾਪ ਕਰਨਾ ਅਤੇ ਸ਼ਰਧਾ ਨਾਲ ਇਸ ਛੱਪੜੀ ਦੇ ਵਿੱਚ ਨਹਾਉਣਾ ਤੇ ਫਿਰ ਸਾਰਿਆਂ ਦੇ ਦੁੱਖ ਦੂਰ ਹੋ ਸਕਦੇ ਹਨ। ਭਾਗਰਾਮ ਜੀ ਨੇ ਤੇ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ। ਗੁਰੂ ਤੇਗ ਬਹਾਦਰ ਜੀ ਆਪਣੇ 5 ਸਿੱਖਾਂ ਦੇ ਨਾਲ ਪਿੰਡ ਲਹਿਲ ਤੋਂ ਚੱਲ ਪਏ ਅਤੇ ਚੱਲਦੇ ਚੱਲਦੇ ਇੱਕ ਹੋਰ ਸ਼ਹਿਰ ਦੇ ਵੱਲ ਵਧਣ ਲੱਗੇ।